भाई भोले हरां ने पग लाई, वो भोला जी की पग नहीं सी, वो पूरे पंजाब दे प्योआं की पग सी। और जरूर अज भोले बाई ने सवाल किया होना भगवंत मान नूं, अज उन्होंने मिलन गए सी कि मेरे मुंडे की सिक्योरिटी वापस क्यों लई, ते फिर सिक्योरिटी लैके तुसी रौला क्यों पाया। ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉੱਥੇ ਜਾ ਕੇ ਮੌਤ ਦੇ ਉੱਤੇ ਵੀ ਸਿਆਸਤ ਕਰਦੀਆਂ ਪਈਆਂ। ਇਸ ਤਰੀਕੇ ਦੀ ਜੋ ਇਸ ਮਾਹੌਲ ਦੇ ਵਿੱਚ ਬਿਆਨਬਾਜ਼ੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਲੈਵਲ ਸੁੱਟਣ ਵਾਲੀ ਗੱਲ ਹੋ ਗਈ? ਕਾਂਗਰਸੀਆਂ ਨੂੰ ਧੁੱਪੇ ਬਹਿਣਾ ਚਾਹੀਦਾ ਸੀ। ਇਹ ਸਿਆਸਤ ਕਰ ਰਹੇ ਨੇ। ਜੇ ਅਸੀਂ ਧੁੱਪੇ ਬਹਿ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਇਹ ਧੁੱਪੇ ਲੈ ਕੇ ਬੈਠ ਗਏ, ਇਹ ਹੋਰ ਗਹਿਰੀ ਸਿਆਸਤ ਕਰ ਰਹੇ ਨੇ। ਇੱਕ ਲਾਈਨ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਬਹਿ ਗਈ, ਕਿਸੇ ਨੇ ਇਹ ਲਿਖਿਆ ਜਦੋਂ ਸਿੰਘ ਸਾਹਿਬ ਨੇ ਆਪਣੀ ਦਸਤਾਰ ਲਾਈ ਤੇ ਕਿਸੇ ਨੇ ਸਟੇਟਸ ਲਿਖਿਆ ਕਿ ਲੈਟਸ ਸੈਂਡ ਹਿਸ ਫਾਦਰ ਟੂ ਪਾਰਲੀਮੈਂਟ। ਕੋਈ ਮਾੜਾ ਸੁਝਾਵ ਨਹੀਂ ਹੈ। ਮੈਂ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਮੈਂ ਆਪਦੇ ਆਪ ਨੂੰ ਨਿਹੱਥਾ ਜਿਹਾ ਮਹਿਸੂਸ ਕਰ ਰਿਹਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ। ਬਹੁਤ ਵੱਡੀ ਚੀਜ਼ ਕਹਿ ਰਹੇ ਹੋ, ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਨਿਹੱਥਾ ਮਹਿਸੂਸ ਕਰ ਰਿਹਾ। ਅੱਛਾ ਵੜਿੰਗ ਸਾਹਿਬ, ਇੱਕ ਖਬਰ ਸਵੇਰ ਤੋਂ ਇਹ ਵੀ ਚੱਲਦੀ ਪਈ ਹੈ ਕਿ ਡਾਕਟਰ ਰਾਜਕੁਮਾਰ ਵੇਰਕਾ, ਡਿਪਟੀ ਸੀਐਮ ਓਪੀ ਸੋਨੀ ਜੀ ਜੋ ਸੀਗੇ ਉਹ ਖਫਾ ਚੱਲਦੇ ਪਏ ਪਾਰਟੀ ਤੋਂ, ਜਲਦੀ ਜਾ ਸਕਦੇ ਆ, ਪਾਰਟੀ ਚੋਂ ਬਾਹਰ ਵੀ ਨਿਕਲ ਸਕਦੇ ਆ। ਮੇਰੀ ਬੇਨਤੀ ਹੈ ਕਿਸੇ ਨੂੰ ਵੀ ਜੀ ਜਿਹੜਾ ਵੀ ਕੋਈ ਨਾਰਾਜ਼ ਹੈ, ਕੋਈ ਐਵੇਂ ਕਿਸੇ ਗੱਲ ਤੇ ਜਿਸ ਤਰ੍ਹਾਂ ਜਾਖੜ ਸਾਹਿਬ ਜਾਂ ਹੋਰ ਕੋਈ ਬਹਾਨਾ ਬਣਾ ਕੇ ਜਾਣ ਦੀ ਲੋੜ ਨਹੀਂ ਹੈ ਕਿਸੇ ਨੂੰ ਵੀ। ਹੁਣ ਕੱਲ ਪਾਸੋਂ ਪੋਸਟ ਸੀਗੀ ਕਿ ਅਸੀਂ ਹੁਣ ਉਹਨਾਂ ਦੀ ਵਾਰੀ ਹੈ। ਮੇਰੀ ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਰਸਤਾ ਨਹੀਂ ਜਿਹੜਾ ਭਗਤ ਸਿੰਘ ਨੇ ਵਿਖਾਇਆ ਸੀਗਾ, ਇਹ ਰਸਤਾ ਨਹੀਂ ਜਿਹੜਾ ਲਾਲਾ ਲਾਜਪਤ ਰਾਏ ਨੇ ਵਿਖਾਇਆ ਸੀ, ਸ਼ਹੀਦ ਊਧਮ ਸਿੰਘ ਦਾ ਰਸਤਾ ਸੀ, ਇਹ ਨਹੀਂ ਗਾ। ਇੰਜ ਲੱਗਦਾ ਕਿ ਸਭ ਕੁਝ ਖਤਮ ਹੋ ਗਿਆ। ਉਦਾਹਰਨ ਦੇ ਤੌਰ ਤੇ ਜੇ ਉਹ ਬੁਲਟ ਪ੍ਰੂਫ ਗੱਡੀ ਲੈ ਜਾਂਦਾ, ਉਹਨਾਂ ਨੇ ਆਖਿਆ ਠੀਕ ਹੈ, ਉਹ ਵੀ ਉਹਨੇ ਆਪ ਬਣਾਈ ਸੀ। ਹਾਲਾਂਕਿ ਸਰਕਾਰ ਨੂੰ ਇਹ ਬੁਲਟ ਪ੍ਰੂਫ ਗੱਡੀ ਦੇਣੀ ਚਾਹੀਦੀ ਹੈ। ਜੇ ਉਹਨੂੰ ਖਤਰਾ ਹੈ, ਕਿਹਨੂੰ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਬੁਲਟ ਪ੍ਰੂਫ ਗੱਡੀ? ਉਸ ਵਿਅਕਤੀ ਨੇ ਆਪਦੀ ਬੁਲਟ ਪ੍ਰੂਫ ਗੱਡੀ ਆਪ ਤਿਆਰ ਕਰਾਈ। ਸਿਕਿਉਰਿਟੀ ਗਾਰਡ, 2 ਲੋਕ ਸਿਕਿਉਰਿਟੀ ਗਾਰਡ ਅਗਰ ਉਹਦੀ ਕਾਰ 'ਚ ਵੀ ਬੈਠੇ ਹੁੰਦੇ, ਐਡੇ ਵੱਡੇ ਬੰਦੇ ਨੂੰ ਜਿਹੜਾ ਇੰਨਾ ਸਿਕਿਉਰਿਟੀ ਥ੍ਰੈਟ ਹੈ, ਉਹ ਕਿਵੇਂ ਕੰਮ ਚੱਲਦਾ? ਇੱਕ ਬੰਦਾ ਉਹਦੇ 'ਚੋਂ ਬਿਮਾਰ ਹੋ ਗਿਆ, ਇੱਕ ਬੰਦਾ ਉਹਦੀ ਦੇਖਭਾਲ ਤੇ ਲੱਗ ਗਿਆ, ਉਹਨੇ ਆਖਿਆ ਮੈਂ ਇਕੱਲਾ ਚਲੇ ਜਾਣਾ। ਉਹਦੇ ਕੋਲ 10 ਸਿਕਿਉਰਿਟੀ ਦੇ ਜਵਾਨ ਸੀ। ਮੈਨੂੰ ਲੱਗਦਾ ਘੱਟੋ ਘੱਟ ਇਹੋ ਜਿਹੇ ਸਿਕਿਉਰਿਟੀ ਥ੍ਰੈਟ ਵਾਲੇ ਬੰਦੇ ਕੋਲ 10 ਤੋਂ 15 ਬੰਦੇ ਸਿਕਿਉਰਿਟੀ ਦੇ ਹੋਣੇ ਚਾਹੀਦੇ। ਰੋਜ਼ਾਨਾ ਦੀਆਂ ਪੋਸਟਾਂ ਫੇਸਬੁੱਕ ਤੇ ਕਿਸੇ ਨੇ ਕਿਸੇ ਦੀ ਜ਼ਿੰਮੇਵਾਰੀ ਲੈ ਲਈ, ਕਿਸੇ ਨੇ ਕਿਹਾ ਕਿ ਹੁਣ ਤੁਹਾਡੇ ਵਾਲੇ ਦੀ ਵਾਰੀ ਹੈ। ਅੱਜ ਮਾਨ ਸਾਹਿਬ ਗਏ ਸੀ ਉੱਥੇ ਔਰ ਟੀਵੀ ਤੇ ਆ ਰਿਹਾ ਸੀ ਕਿ ਹਸਪਤਾਲ ਅਪਗ੍ਰੇਡ ਕਰਨ ਦੀ ਕਿਹਾ ਹੈ ਕਿ ਸਟੇਡੀਅਮ ਬਣਾ ਦੇਾਂਗੇ, ਨਵਾਂ ਕੋਈ ਕਾਲਜ ਦਾ ਇੱਥੇ ਉਹ ਕਰ ਦੇਾਂਗੇ, ਸਮਾਰਕ ਬਣਾ ਦੇਾਂਗੇ। ਇਹ ਬਹੁਤ ਛੋਟੀਆਂ ਗੱਲਾਂ ਹੈ ਐਡੇ ਵੱਡੇ ਵਿਅਕਤੀ ਵਾਸਤੇ। ਇਹ ਤਾਂ ਉਹਦੇ ਚਾਹੁਣ ਵਾਲੇ ਮਿੱਤਰ ਦੋਸਤ, ਮੇਰੇ ਵਰਗੇ ਦੋਸਤ ਭੈਣ ਭਰਾ ਉਹੀ ਸਭ ਕੁਛ ਇਹ ਕਰਦੇ। ਕਿੱਦਾਂ ਉਹਨਾਂ ਨੌਜਵਾਨ ਸਾਥੀਆਂ ਨੂੰ ਸਮਝਾਈਏ ਕਿ ਨਹੀਂ, ਇਹ ਸਹੀ ਰਾਸਤਾ ਨਹੀਂ ਹੈ। ਹਰ ਦੂਜੇ ਦਿਨ ਮੇਰੀਆਂ ਜਿਹੜੀਆਂ ਮਾਵਾਂ ਉਹ ਚੀਕਾਂ ਮਾਰ ਕੇ ਵੈਣ ਪਾਉਂਦੀਆਂ। ਕਿਸੇ ਨੇ ਲਿਖਿਆ, ਕਹਿੰਦੇ ਕਿ ਵਿਛੜਾ ਇਸ ਅਦਾ ਸੇ ਕਿ ਰੁੱਤ ਬਦਲ ਗਈ, ਇੱਕ ਸ਼ਖਸ ਪੂਰੇ ਸ਼ਹਿਰ ਕੋ ਵੀਰਾਨ ਕਰ ਗਿਆ। ਸਪੋਕਸਮੈਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਜ਼ਿਆਦਾ ਲੰਬੀ ਵੱਡੀ ਭੂਮਿਕਾ ਨਹੀਂ ਬਣਾਂਗਾ। ਵੜਿੰਗ ਸਾਹਿਬ ਮੇਰੇ ਨਾਲ ਨੇ। ਵੜਿੰਗ ਸਾਹਿਬ, ਸਿੱਧੂ ਦਾ ਰੁਖਸਤ ਹੋਣਾ ਇੱਕ ਵੱਡੇ ਭਰਾ ਦੇ ਨਾਤੇ ਤੇ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਤੁਹਾਡੇ ਦਿਲ ਦੇ ਵਿੱਚ ਕੀ ਜਗ੍ਹਾ ਪੈਦਾ ਕਰਦਾ? ਮੈਂ ਸਮਝਦਾ ਕਿ ਇੰਜ ਲੱਗਦਾ ਕਿ ਸਭ ਕੁਝ ਖਤਮ ਹੋ ਗਿਆ। ਜੇ ਭਰਾ ਦੇ ਰੂਪ ਦੇ ਵਿੱਚ ਵੇਖਾਂ ਤਾਂ ਕਿਸੇ ਨੇ ਲਿਖਿਆ ਕਿ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ, ਔਰ ਅਸੀਂ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਸਿੱਧੂ ਸਾਡੇ ਵਿੱਚੋਂ ਚਲਾ ਗਿਆ। ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਜਾਂ ਸਿੱਧੂ ਮੂਸੇਵਾਲੇ ਦਾ ਭਰਾ ਹੋਣ ਦੇ ਨਾਤੇ, ਦੋਸਤ ਹੋਣ ਦੇ ਨਾਤੇ
ਅਸੀਂ ਕੁਝ ਨਹੀਂ ਕਰ ਸਕੇ। ਇਸ ਗੱਲ ਦਾ ਬੇਹੱਦ ਆਪਦੇ ਮਨ ਨੂੰ ਅਫਸੋਸ ਹੈਗਾ। ਔਰ ਅੱਜ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਰਾਹੀਂ ਅਸੀਂ ਇਸ ਘਟਨਾਕ੍ਰਮ ਬਾਰੇ ਕੋਈ ਗੱਲ ਕਰ ਸਕੀਏ। ਲਫ਼ਜ਼ ਮੁੱਕ ਜਾਂਦੇ ਹੈ। ਸਮਝ ਨਹੀਂ ਆਉਂਦੀ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਖਤਮ ਕਰੀਏ। ਕਦੋਂ ਇਹ ਕੰਮ ਬੰਦ ਹੋਏਗਾ? ਕਦੋਂ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਦੀ ਭੇਟ ਨਾ ਚੜ੍ਹੇ? ਇਸ ਗੱਲ ਦੀ ਮਨ ਨੂੰ ਚਿੰਤਾ ਹੈ। ਰੋਜ਼ਾਨਾ ਦੀਆਂ ਪੋਸਟਾਂ ਫੇਸਬੁੱਕ ਤੇ ਕਿਸੇ ਨੇ ਕਿਸੇ ਦੀ ਜ਼ਿੰਮੇਵਾਰੀ ਲੈ ਲਈ। ਕਿਸੇ ਨੇ ਕਿਹਾ ਕਿ ਹੁਣ ਤੁਹਾਡੇ ਵਾਲੀ ਦੀ ਵਾਰੀ ਹੈ। ਮੈਂ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਮੈਂ ਆਪਦੇ ਆਪ ਨੂੰ ਨਿਹੱਥਾ ਜਿਹਾ ਮਹਿਸੂਸ ਕਰ ਰਿਹਾ। ਔਰ ਮੈਂ ਬੇਨਤੀ ਕਰਨਾ ਚਾਹੁੰਦਾ, ਬਹੁਤ ਵੱਡੀ ਚੀਜ਼ ਕਹਿ ਰਹੇ ਹੋ। ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਨਿਹੱਥਾ ਮਹਿਸੂਸ ਕਰ ਰਿਹਾ। ਕਾਂਗਰਸ ਪਾਰਟੀ ਦਾ ਪ੍ਰਧਾਨ ਜਾਂ ਬਤੌਰ ਰਾਜਾ ਵੜੇ, ਇਕੱਲੇ ਕਾਂਗਰਸ ਪਾਰਟੀ ਕਰਕੇ ਨਹੀਂ। ਸਮਝ ਨਹੀਂ ਆਉਂਦੀ ਕਿ ਕਰੀਏ ਕੀ। ਕਿੱਦਾਂ ਉਹਨਾਂ ਨੌਜਵਾਨ ਸਾਥੀਆਂ ਨੂੰ ਸਮਝਾਈਏ ਕਿ ਨਹੀਂ, ਇਹ ਸਹੀ ਰਾਸਤਾ ਨਹੀਂ ਹੈ। ਹਰ ਦੂਜੇ ਦਿਨ ਮੇਰੀਆਂ ਜਿਹੜੀਆਂ ਮਾਵਾਂ ਉਹ ਚੀਕਾਂ ਮਾਰ ਕੇ ਵੈਣ ਪਾਉਂਦੀਆਂ। ਬਾਈ ਭੋਲੇ ਹਰਾਂ ਨੇ ਪੱਗ ਲਾਈ, ਉਹ ਭੋਲਾ ਜੀ ਦੀ ਪੱਗ ਨਹੀਂ ਸੀ, ਉਹ ਪੂਰੇ ਪੰਜਾਬ ਦੇ ਪਿਓਆਂ ਦੀ ਪੱਗ ਸੀ। ਉਹ ਵਾਸਤਾ ਪਾ ਰਿਹਾ ਸੀ ਕਿ ਇੱਕ ਫੌਜੀ ਰਿਟਾਇਰਡ, ਇੱਕ ਪਿਓ, ਇੱਕ ਯਾਰ, ਪਿਓ ਤੇ ਉਹ ਯਾਰ ਵੀ ਸੀ, ਕਿ ਅੱਜ ਮੈਂ ਇਕੱਲਾ ਰਹਿ ਗਿਆ। ਮੇਰੀ ਝੋਲੀ 'ਚ ਪਾ ਦਿਓ ਮੇਰਾ ਪੁੱਤ। ਸੋ ਇਹ ਨਾ ਵਾਪਰਨ, ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ, ਸਾਨੂੰ ਸਭ ਨੂੰ ਮਿਲ ਕੇ, ਤਾਂ ਜੋ ਹੋਰ ਕੋਈ ਵਿਅਕਤੀ, ਜਿੰਨੇ ਲੋਕ ਹੁਣ ਕੱਲ੍ਹ ਪਾਸੋਂ ਪੋਸਟ ਸੀਗੀ ਕਿ ਅਸੀਂ ਹੁਣ ਉਹਨਾਂ ਦੀ ਵਾਰੀ ਹੈ। ਮੇਰੀ ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਰਸਤਾ ਨਹੀਂ ਜਿਹੜਾ ਭਗਤ ਸਿੰਘ ਨੇ ਵਿਖਾਇਆ ਸੀਗਾ। ਇਹ ਰਸਤਾ ਨਹੀਂ ਜਿਹੜਾ ਲਾਲਾ ਲਾਜਪਤ ਰਾਏ ਨੇ ਵਿਖਾਇਆ ਸੀ। ਸ਼ਹੀਦ ਊਧਮ ਸਿੰਘ ਦਾ ਰਸਤਾ ਸੀ, ਇਹ ਨਹੀਂ ਗਾ। ਕਰਤਾਰ ਸਿੰਘ ਸਰਾਭੇ ਦਾ ਇਹ ਰਸਤਾ ਨਹੀਂ ਹੈ। ਮੈਂ ਬੇਨਤੀ ਕਰ ਸਕਦਾ ਤੁਹਾਨੂੰ ਲੋਕਾਂ ਨੂੰ ਹੱਥ ਜੋੜ ਕੇ, ਇਹ ਰਾਸਤਾ ਛੱਡ ਦਿਓ। ਔਰ ਕੋਸ਼ਿਸ਼ ਕਰਾਂਗੇ, ਇਹ ਉਪਰਾਲਾ ਕਰਾਂਗੇ ਕਿ ਇਸ ਤਰ੍ਹਾਂ ਦੀ ਦੁਰਘਟਨਾ ਨਾ ਹੋਵੇ। ਵੜਿੰਗ ਸਾਹਿਬ, ਜਿਹੜੀ ਇਹ ਸਿਆਸਤ ਹੁੰਦੀ ਪਈ, ਤੁਹਾਡੇ ਕੋਲ ਲਫ਼ਜ਼ ਮੁੱਕੇ ਹੋਏ, ਤੁਸੀਂ ਕਿਹਾ ਲਫ਼ਜ਼ ਨਹੀਂ ਹੈਗੇ, ਇਸ ਨੂੰ ਕਿਸ ਤਰੀਕੇ ਦੇ ਨਾਲ ਬਿਆਨ ਕੀਤਾ ਜਾਵੇ। ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਚੱਲਦੀ ਪਈ ਹੈ। ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉੱਥੇ ਜਾ ਕੇ ਮੌਤ ਦੇ ਉੱਤੇ ਵੀ ਸਿਆਸਤ ਕਰਦੀਆਂ ਪਈਆਂ। ਇਸ ਤਰੀਕੇ ਦੀ ਜੋ ਇਸ ਮਾਹੌਲ ਦੇ ਵਿੱਚ ਬਿਆਨਬਾਜ਼ੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਲੈਵਲ ਸੁੱਟਣ ਵਾਲੀ ਗੱਲ ਹੋ ਗਈ? ਸਾਡੇ ਤੇ ਤਾਂ ਸਵਾਲ ਚੁੱਕੇ ਹੀ ਜਾਣੇ। ਕੱਲ੍ਹ ਪਰਸੋਂ ਵੀ ਇੱਕ ਵਿਅਕਤੀ ਨੇ ਸਵਾਲ ਚੁੱਕੇ ਕਿ ਕਾਂਗਰਸੀਆਂ ਨੂੰ ਧੁੱਪੇ ਬਹਿਣਾ ਚਾਹੀਦਾ ਸੀ। ਇਹ ਸਿਆਸਤ ਕਰ ਰਹੇ ਨੇ। ਜੇ ਅਸੀਂ ਧੁੱਪੇ ਬਹਿ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਇਹ ਧੁੱਪੇ ਲੈ ਕੇ ਬੈਠ ਗਏ। ਇਹ ਹੋਰ ਗਹਿਰੀ ਸਿਆਸਤ ਕਰ ਰਹੇ ਨੇ। ਸਾਨੂੰ ਕਿਸੇ ਪਾਸੇ ਦਾ ਛੱਡਣਾ ਨਹੀਂ ਸੀ। ਲੇਕਿਨ ਹਾਂ, ਬੁਰੇ ਨੂੰ ਬੁਰਾ ਕਹਿਣਾ, ਔਰ ਅਗਰ ਕੋਈ ਕੁਤਾਹੀ ਹੋਈ ਹੈ ਉਹਦੀ ਜਾਣਕਾਰੀ ਦੇਣੀ ਕਿ ਇਹ ਕੁਤਾਹੀ ਹੈ, ਗਾਂ ਤੋਂ ਨਾ ਹੋਵੇ। ਅਗਰ ਕਿਸੇ ਪਰਿਵਾਰ ਦੇ ਨਾਲ ਦੁੱਖ 'ਚ ਖੜੇ ਹੋ ਜਾਣਾ ਔਰ ਉਹਨਾਂ ਦੇ ਹੰਝੂ ਪੁੰਝ ਨੇ, ਕੋਈ ਵਿਅਕਤੀ ਸਿਆਸਤ ਕਹਿੰਦਾ ਹੈ ਤਾਂ ਇਹੋ ਜਿਹੀ ਸਿਆਸਤ ਕਰ ਲੈਣੀ ਚਾਹੀਦੀ ਹੈ। ਸਿੱਧੂ ਚਲਾ ਗਿਆ, ਇੱਕ ਦਿਨ ਛੱਡ ਕੇ ਉਹਦਾ ਅੰਤਿਮ ਸੰਸਕਾਰ ਹੋ ਗਿਆ। ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਜ਼ਰੂਰ ਕੀਤੀ ਗਈ ਕਿ ਤੁਸੀਂ ਉਹਦੀ ਸਿਕਿਉਰਿਟੀ ਵਾਪਸ ਕਿਉਂ ਲਈ ਹੈ। ਔਰ ਜ਼ਰੂਰ ਅੱਜ ਭੋਲੇ ਬਾਈ ਨੇ ਸਵਾਲ ਕੀਤਾ ਹੋਣਾ ਭਗਵੰਤ ਮਾਨ ਨੂੰ
ਅੱਜ ਉਹਨਾਂ ਨੂੰ ਮਿਲਣ ਗਏ ਸੀ ਕਿ ਮੇਰੇ ਮੁੰਡੇ ਦੀ ਸਿਕਿਉਰਿਟੀ ਵਾਪਸ ਕਿਉਂ ਲਈ, ਤੇ ਫਿਰ ਸਿਕਿਉਰਿਟੀ ਲੈ ਕੇ ਤੁਸੀਂ ਰੌਲਾ ਕਿਉਂ ਪਾਇਆ? ਕਿ ਕੋਈ ਲਾਗ ਡਾਟ ਸੀ? ਲੋਕਾਂ ਤੋਂ 100 ਸਿਕਿਉਰਿਟੀ ਗਾਰਡ ਵਾਪਸ ਲਏ, 20 ਲਏ। ਮੇਰੇ ਮੁੰਡੇ ਦਾ ਰੌਲਾ ਫੇਸਬੁੱਕ ਤੇ ਤੁਸੀਂ ਨਾਮ ਲਾ ਕੇ ਕਿਉਂ ਪਾਇਆ? ਔਰ ਜਿਹੜੇ ਆਫਿਸਰਾਂ ਨੇ ਲਈ, ਕੀ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਕਿ ਮੇਰੇ ਮੁੰਡੇ ਦੀ ਜਾਨ ਨੂੰ ਖਤਰਾ ਹੈ? ਤੇ ਜੇ ਉਹਨਾਂ ਆਫਿਸਰਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹਦੀ ਜਾਨ ਨੂੰ ਖਤਰਾ ਹੈ, ਫਿਰ ਇੰਟੈਲੀਜੈਂਸੀ ਵਿੰਗ ਨੂੰ ਭੰਗ ਕਰ ਦਿੱਤਾ ਜਾਵੇ। ਉਹਨਾਂ ਆਫਿਸਰਾਂ ਨੂੰ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਜ਼ਿੰਮੇਦਾਰ ਤਾਂ ਠਹਿਰਾਉਣਾ ਚਾਹੀਦਾ ਨਾ ਕਿਸੇ ਨੂੰ ਵੀ। ਔਰ ਅੱਜ ਜਵਾਬ ਦੇ ਕੇ ਆਉਣਾ ਚਾਹੀਦਾ ਸੀ ਭਗਵੰਤ ਮਾਨ ਜੀ ਨੂੰ ਕਿ ਮੈਨੂੰ ਇਹਨਾਂ ਆਫਿਸਰਾਂ ਨੇ ਦੱਸਿਆ ਨਹੀਂ, ਇਹ ਇਹਨਾਂ ਦੀ ਨਲਾਇਕੀ ਰਹੀ, ਔਰ ਮੈਂ ਕਿਉਂ ਸਿੱਧੂ ਦੇ ਗਨਮੈਨ ਵਾਪਸ ਲਏ। ਜਾਣ ਨਾਲ, ਉੱਥੇ ਘੰਟਾ ਬੈਠਣ ਨਾਲ, ਗੱਲਬਾਤ ਕਰਨ ਨਾਲ ਬਿਲਕੁਲ ਜਾਣ ਦੀ ਲੋੜ ਨਹੀਂ ਹੈ, ਲੇਕਿਨ ਉਸ ਪਰਿਵਾਰ ਬਾਰੇ ਚੰਗਾ ਸੋਚਣ ਦੀ ਲੋੜ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਉੱਥੇ ਜਾਓ, ਲੋਕ ਦਿਖਾਵੇ ਨੂੰ ਜਾਈਏ ਤੇ ਲੇਕਿਨ ਉਹਨਾਂ ਵਾਸਤੇ ਕੁਝ ਕਰੀਏ ਨਾ। ਸੋ ਮੈਂ ਸਮਝਦਾ ਕਿ ਕੋਈ ਸਿਆਸਤ ਨਹੀਂ ਹੋ ਰਹੀ ਹੈ। ਸਾਨੂੰ ਬੀਇੰਗ ਇੱਕ ਪੰਜਾਬ ਦਾ ਨਾਗਰਿਕ, ਇਹ ਨਾ ਸਮਝੋ ਕਿ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹੈ ਔਰ ਸਿੱਧੂ ਦਾ ਦੋਸਤ ਹੈ ਔਰ ਸਾਡਾ ਉਹ ਕੈਂਡੀਡੇਟ ਸੀਗਾ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਗਰ ਕਿਸੇ ਵਿਅਕਤੀ ਨਾਲ ਵੀ ਕੋਈ ਧੱਕਾ ਹੁੰਦਾ ਹੈ ਜਾਂ ਕੋਈ ਐਸੀ ਨਜਾਇਜ਼ ਘਟਨਾ ਵਾਪਰਦੀ ਹੈ, ਉਹਦੇ ਉੱਤੇ ਸਰਕਾਰ ਦੇ ਜਾਂ ਕਿਸੇ ਆਮ ਵਿਅਕਤੀ ਦੇ ਵੀ ਕੰਨ ਖੁੱਲ੍ਹਣਾ। ਇਹ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਸੀ ਪਹਿਲੇ ਦਿਨ। ਅਗਰ ਭਗਵੰਤ ਮਾਨ ਮੰਚ 'ਤੇ ਆ ਕੇ ਇਹ ਗੱਲ ਕਹਿੰਦੇ ਕਿ ਮੈਂ ਇਸ ਗੱਲ ਦੀ ਮਾਫੀ ਮੰਗਦਾ ਹਾਂ, ਮੇਰੇ ਆਫਿਸਰਾਂ ਦੀ ਕਤਾਈ ਹੈ ਜਿਨ੍ਹਾਂ ਨੇ ਮੈਨੂੰ ਇਹ ਗੱਲ ਦੱਸਿਆ ਨਹੀਂ ਕਿ ਸਿੱਧੂ ਮੂਸੇਵਾਲੇ ਨੂੰ ਐਡਾ ਵੱਡਾ ਖਤਰਾ ਹੈ, ਔਰ ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿ ਅਸੀਂ ਉਹਦੀ ਜੱਗ ਜ਼ਾਹਰ ਉਜਾਗਰ ਕਰਤੀ ਸਿਕਿਉਰਿਟੀ। ਗਾਂ ਤੋਂ ਇਸ ਗੱਲ ਦਾ ਅਸੀਂ ਖਿਆਲ ਰੱਖਾਂਗੇ, ਇਹੋ ਜੀ ਕੋਈ ਘਟਨਾ ਸਾਹਮਣੇ ਨਾ ਆਵੇ ਔਰ ਇਹੋ ਜੀ ਗਲਤੀ ਨਾ ਹੋਵੇ। ਮੈਨੂੰ ਲੱਗਦਾ ਉਹ ਜ਼ਿਆਦਾ ਬਿਹਤਰ ਸੀਗਾ। ਵੜਿੰਗ ਸਾਹਿਬ, ਇੱਕ ਬੁੱਧੀਜੀਵੀਆਂ ਦਾ ਵਰਗ ਹੈਗਾ, ਸੋਸ਼ਲ ਮੀਡੀਆ 'ਤੇ ਵੀ ਹੈਗਾ, ਉਂਝ ਵੀ ਲਿਖਦੇ ਰਹਿੰਦੇ ਆ। ਉਹ ਰੈਸ਼ਨਲ ਸੋਚ ਤੋਂ ਬੜੇ ਪ੍ਰੇਰਿਤ ਆਪਣੇ ਆਪ ਨੂੰ ਦੱਸਦੇ ਆ। ਉਹ ਕਹਿੰਦੇ ਜੇ ਸਿਕਿਉਰਿਟੀ ਹੁੰਦੀ ਤਾਂ ਵੀ ਜੇ ਵਾਪਰਨਾ ਸੀ ਵਾਪਰ ਸਕਦਾ ਸੀਗਾ। ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਗੱਲ ਕਰਦੇ ਆ, ਫਿਰ ਉਹ ਸੁੱਕਾ ਕਾਲਵਾਂ ਦਾ ਵੀ ਐਗਜ਼ਾਮਪਲ ਦਿੰਦੇ। ਉਹ ਕਹਿੰਦੇ ਕਿ ਜਦੋਂ ਉਹਦੀ ਤਰੀਕ ਪੂਰੀ ਹੋਈ ਅਤੇ ਜਦੋਂ ਉਹਨੂੰ ਨਾਭਾ ਜੇਲ੍ਹ ਵਾਪਸ ਲੈ ਕੇ ਜਾ ਰਹੇ ਸੀਗੇ, 6 ਪੁਲਿਸ ਕਰਮੀ ਉਹਦੇ ਨਾਲ ਗਾਰਡਸ ਮੌਜੂਦ ਸੀਗੇ, ਉਹਨਾਂ ਦੇ ਹਥਿਆਰ ਖੋਹ ਲਿੱਤੇ ਗਏ ਅਤੇ ਉਹਨੂੰ ਗੋਲੀਆਂ ਮਾਰਤੀਆਂ। ਇੱਥੇ ਸੁਰੱਖਿਆ ਕੀ ਕਰਦੀ? ਦੂਜਾ ਉਹ ਚੀਜ਼ ਇਹ ਕਹਿੰਦੇ ਹੈਗੇ ਆ ਕਿ ਸਿੱਧੂ ਦੀ ਆਪਣੀ ਵੀ ਗਲਤੀ ਰਹੀ ਕਿ ਉਹ ਬੁਲਟ ਪ੍ਰੂਫ ਗੱਡੀ 'ਚ ਨਹੀਂ ਗਿਆ ਅਤੇ ਨਾਲ ਆਪਣੇ ਉਹ ਸੁਰੱਖਿਆ ਕਰਮੀ ਜਿਹੜੇ ਸੀਗੇ, ਗਾਰਡ ਸੀਗੇ, ਉਹਨਾਂ ਨੂੰ ਨਹੀਂ ਨਾਲ ਲੈ ਕੇ ਗਿਆ। ਇਹਨੂੰ ਤੁਸੀਂ ਕਿਸ ਤਰੀਕੇ ਨਾਲ ਕਾਊਂਟਰ ਕਰਦੇ ਹੋ? ਦੇਖੋ, ਫਿਰ ਤਾਂ ਅਗਰ ਇਸ ਤਰ੍ਹਾਂ ਦੀ ਗੱਲ ਹਾਂ ਹੈਗੀ ਹੈ, ਬੰਦਾ ਫਿਰ ਇੱਦਾਂ ਸੋਚ ਲੇ ਤਾਂ ਫਿਰ ਜ਼ਿੰਦਗੀ 'ਤੇ ਦਿਹਾੜਾ ਟੱਪਦਾ ਹੀ ਨਹੀਂ ਹੈ। ਜੋ ਹੋਣੀ ਹੈ ਹੋ ਕੇ ਰਹਿਣੀ ਹੈ। ਫਿਰ ਤਾਂ ਹੌਸਪੀਟਲ ਜਾਣ ਦੀ ਲੋੜ ਨਹੀਂ ਹੈ। ਤੁਹਾਡੇ ਕੋਈ ਜ਼ਖਮ ਹੋ ਗਿਆ, ਤੁਹਾਡੇ ਸੱਟ ਲੱਗ ਗਈ, ਤੁਹਾਨੂੰ ਕੋਈ ਬਿਮਾਰੀ ਲੱਗ ਗਈ, ਫਿਰ ਹੌਸਪੀਟਲ ਜਾਣ ਦੀ ਲੋੜ ਨਹੀਂ ਹੈ। ਫਿਰ ਜੋ ਹੋਣਾ ਹੋ ਕੇ ਰਹਿਣਾ, ਤੂੰ ਘਰੇ ਪਏ ਰਹੋ। ਇਹ ਗੱਲ ਨਹੀਂ ਹੈ ਕਿ ਜ਼ਿੰਦਗੀ ਵੀ ਨਾਲ ਨਾਲ ਟਪਾਉਣੀ ਹੈ। ਠੀਕ ਹੈ, ਜੋ ਹੋਣਾ ਉਹ ਤਾਂ ਹੋ ਕੇ ਰਹਿਣਾ। ਬੁਲੇਟ ਪ੍ਰੂਫ ਦੀ ਫਿਰ ਤੁਸੀਂ ਕਿਉਂ ਗੱਲ ਕਰਦੇ ਹੋ? ਕਿਉਂਕਿ ਉਹ ਤਾਂ ਹੋਣੀ ਸੀ, ਜੋ ਹੋ ਕੇ ਰਹਿਣੀ ਸੀ। ਬੁਲੇਟ ਪ੍ਰੂਫ ਜਿਹੜੀ ਗੱਡੀ ਸੀ, ਜੇ ਉਹ AK-94 ਹਥਿਆਰ ਹੈਗਾ, ਉਦਾਹਰਨ ਦੇ ਤੌਰ ਤੇ ਜੇ ਉਹ ਬੁਲੇਟ ਪ੍ਰੂਫ ਗੱਡੀ ਲੈ ਜਾਂਦਾ, ਉਹਨਾਂ ਨੇ ਆਖਿਆ ਠੀਕ ਹੈ, ਉਹ ਵੀ ਉਹਨੇ ਆਪ ਬਣਾਈ ਸੀ। ਹਾਲਾਂਕਿ ਸਰਕਾਰ ਨੂੰ ਇਹ ਬੁਲੇਟ ਪ੍ਰੂਫ ਗੱਡੀ ਦੇਣੀ ਚਾਹੀਦੀ ਹੈ। ਜੇ ਉਹਨੂੰ ਖਤਰਾ ਹੈ, ਕਿਹਨੂੰ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਬੁਲੇਟ ਪ੍ਰੂਫ ਗੱਡੀ? ਉਸ ਵਿਅਕਤੀ ਨੇ ਆਪਦੀ ਬੁਲੇਟ ਪ੍ਰੂਫ ਗੱਡੀ ਆਪ ਤਿਆਰ ਕਰਾਈ। ਸਰਕਾਰ ਨੂੰ ਉਹਦੇ ਤੋਂ ਹੀ ਸੇਧ ਲੈ ਲੈਣੀ ਚਾਹੀਦੀ ਸੀ ਵੀ ਇਹ ਬੁਲੇਟ ਪ੍ਰੂਫ ਗੱਡੀ ਤਿਆਰ ਕਰ ਰਿਹਾ, ਸ਼ਾਇਦ ਕੋਈ ਇਹਨੂੰ ਖਤਰਾ ਹੀ ਹੈ, ਵਾਕਈ ਖਤਰਾ ਹੈ। ਫਿਰ AK-94 ਜਿਹੜੀ ਚੱਲੀ ਹੈ, ਅਗਰ ਉਹ ਗਨ ਹੁੰਦੀ ਤਾਂ ਮੇਰਾ ਖਿਆਲ ਉਹ ਬੁਲੇਟ ਪ੍ਰੂਫ ਵੀ ਉਹਦੇ ਅੱਗੇ ਕੁਛ ਨਹੀਂ ਕਰਦੀ, ਕਿਉਂਕਿ AK-94 ਮੇਰਾ ਖਿਆਲ ਬੁਲੇਟ ਪ੍ਰੂਫ ਨੂੰ ਵੀ ਤੋੜ ਕੇ ਲੰਘ ਜਾਂਦੀ ਹੈ, ਜੋ ਮੈਨੂੰ ਲੋਕਾਂ ਤੋਂ ਪਤਾ ਚੱਲਿਆ। ਸਿਕਿਉਰਿਟੀ ਗਾਰਡ ਦੋ ਵਾਰ ਇੱਕ ਵਾਰੀ ਗੱਲ ਕਹਿ ਦੇਣੀ, ਸਿਕਿਉਰਿਟੀ ਗਾਰਡ 2 ਲੋਕ ਸਿਕਿਉਰਿਟੀ ਗਾਰਡ ਅਗਰ ਉਹਦੀ ਕਾਰ 'ਚ ਵੀ ਬੈਠੇ ਹੁੰਦੇ, ਐਡੇ ਵੱਡੇ ਬੰਦੇ ਨੂੰ ਜਿਹੜਾ ਇੰਨਾ ਸਿਕਿਉਰਿਟੀ ਥ੍ਰੈਟ ਹੈ, ਉਹ ਕਿਵੇਂ ਕੰਮ ਚੱਲਦਾ? ਇੱਕ ਬੰਦਾ ਉਹਦੇ 'ਚੋਂ ਬਿਮਾਰ ਹੋ ਗਿਆ, ਇੱਕ ਬੰਦਾ ਉਹਦੀ ਦੇਖਭਾਲ 'ਤੇ ਲੱਗ ਗਿਆ, ਉਹਨੇ ਆਖਿਆ ਮੈਂ ਇਕੱਲਾ ਚਲੇ ਜਾਣਾ। ਉਹਦੇ ਕੋਲ 10 ਸਿਕਿਉਰਿਟੀ ਦੇ ਜਵਾਨ ਸੀ। ਮੈਨੂੰ ਲੱਗਦਾ ਘੱਟੋ ਘੱਟ ਇਹੋ ਜਿਹੇ ਸਿਕਿਉਰਿਟੀ ਥ੍ਰੈਟ ਵਾਲੇ ਬੰਦੇ ਕੋਲ 10 ਤੋਂ 15 ਬੰਦੇ ਸਿਕਿਉਰਿਟੀ ਦੇ ਹੋਣੇ ਚਾਹੀਦੇ ਹੈ। ਸੋ ਇਹ ਗੱਲਾਂ ਕਹਿ ਦੇਣੀਆਂ ਕਿ ਨਹੀਂ, ਜੋ ਹੋਣੀ ਸੀ ਉਹ ਤਾਂ ਹੋ ਕੇ ਰਹਿਣੀ ਸੀ, ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ 'ਚ ਕੋਈ ਬਹੁਤਾ ਦਮ ਹੈ। ਸਾਨੂੰ ਆਪਦੀ ਸਕਿਨ ਸੇਵ, ਆਪਦੀ ਲੜਾਈ,
ਆਪਾਂ ਕੋਈ ਵੀ ਚੀਜ਼ ਹੋ ਜਾਂਦੀ ਆਪਾਂ ਕਹਿੰਦੇ ਇਹ ਤਾਂ ਹੋਣੀ ਸੀ, ਹੋ ਕੇ ਰਹਿਣੀ ਸੀ। ਸਾਨੂੰ ਵੀ ਆਪਦਾ ਸੇਵੀਅਰ ਹੋਣਾ ਚਾਹੀਦਾ ਕਿ ਕਿੱਦਾਂ ਅਸੀਂ ਆਪਣੇ ਆਪ ਨੂੰ ਕਿੱਦਾਂ ਉਹਨੂੰ ਬਚਾਇਆ ਜਾ ਸਕਦਾ ਸੀ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਜਿਹੜੀ ਉਹਨੇ ਪੂਰੀ ਨਹੀਂ ਕੀਤੀ। ਬੜੇ ਜਦੋਂ ਮੈਂ ਚਾਹੁੰਦਾ ਕੁਝ ਇਹੋ ਜਿਹਾ ਸਾਂਝਾ ਕਰੋ ਕਿ ਤੁਹਾਡੀ ਉਹਨਾਂ ਦੇ ਪਿਤਾ ਨਾਲ ਗੱਲਬਾਤ ਹੋਈ ਹੋਵੇ, ਕੋਈ ਇਹੋ ਜਿਹੀ ਗੱਲ ਤੁਸੀਂ ਸਾਡੇ ਨਾਲ ਸਾਂਝੀ ਕਰੋ, ਦਰਸ਼ਕਾਂ ਤੱਕ ਪਹੁੰਚਾਓ, ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਵਾਕਈ ਬੀਤਦੀ ਕੀ ਪਈ ਹੈ ਔਰ ਹੈ ਕੀ, ਸੱਚਾਈ ਕੀ ਹੈ। ਕਿਉਂਕਿ ਸਵਾਲ ਜਵਾਬ ਤਾਂ ਹੁਣ ਵੀ ਲੋਕੀ ਖੜੇ ਕਰਦੇ ਪਏ ਆ। ਤੁਹਾਡੀ ਉਹਨਾਂ ਦੇ ਪਿਤਾ ਨਾਲ ਕੀ ਗੱਲ ਹੋਈ? ਮੈਨੂੰ ਤਾਂ ਉਹਨਾਂ ਦੇ ਪਿਤਾ ਨੇ ਇਹ ਗੱਲ ਕਹੀ ਕਿ ਰਾਜੇ ਇੰਨਾ ਵੱਡਾ ਵੀ ਨਾ ਬਣ ਜਾਇਓ ਕਿ ਇਸ ਦੁਨੀਆ ਤੋਂ ਹੀ ਚਲੇ ਜਾਣਾ ਪਵੇ। ਮੈਂ ਤਾਂ ਦੁਨੀਆ ਦੇ ਪੁੱਤਾਂ ਨੂੰ ਕਹਿਣਾ ਚਾਹੁੰਦਾ ਕਿ ਇੰਨਾ ਵੱਡਾ ਵੀ ਨਾ ਬਣਿਓ ਕਿ ਉਹ ਇਸ ਜ਼ਿੰਦਗੀ ਤੋਂ ਹੱਥ ਧੋ ਲੈਣ। ਸੋ ਇੱਕ ਬਹੁਤ ਵੱਡਾ ਡਰ, ਇੱਕ ਬਹੁਤ ਵੱਡੀ ਵਹਿਮ ਮੈਂ ਸਮਝਦਾ ਹੈ ਜਾਂ ਡਰ ਉਸ ਪਰਿਵਾਰ ਦੇ ਮਨ ਵਿੱਚ ਪੈਦਾ ਹੋ ਗਿਆ। ਔਰ ਨਾ ਕੇਵਲ ਉਸ ਪਰਿਵਾਰ ਦੇ, ਅੱਜ ਹੋਰ ਵੀ ਲੋਕਾਂ ਨੇ ਮੇਰੇ ਨਾਲ ਬਹੁਤ ਗੱਲਾਂ ਇੰਨੇ ਦਿਨਾਂ 'ਚ ਸਾਂਝਾ ਕੀਤੀਆਂ ਕਿ ਯਾਰ ਪਤਾ ਹੀ ਨਹੀਂ ਕਦੋਂ ਕੀ ਹੋ ਜਾਏ, ਪਤਾ ਹੀ ਨਹੀਂ ਕਿਸੇ ਦੇ ਪਰਿਵਾਰ ਦਾ ਕੱਲ੍ਹ ਨੂੰ ਕੀ ਬਣਨਾ ਹੈ। ਮਤਲਬ ਕਿ ਇਸ ਘਟਨਾ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਥ੍ਰੈਟ ਹੈਗਾ ਪਰਿਵਾਰ ਨੂੰ, ਇਹ ਮਹਿਸੂਸ ਹੋ ਰਿਹਾ ਹੈ ਔਰ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਔਰ ਪਰਿਵਾਰ ਇਹ ਮਹਿਸੂਸ ਕਰ ਰਿਹਾ ਕਿ ਮੈਂ ਬਿਲਕੁਲ ਨਿਹੱਥਾਂ 'ਤੇ ਇਕੱਲਾ ਰਹਿ ਗਿਆ। ਸੋ ਉਹਨਾਂ ਦਾ ਕਹਿਣ ਦਾ ਇਹੀ ਸੀਗਾ ਕਿ ਐਡੇ ਵੱਡੇ ਨਾ ਬਣੋ। ਜਦੋਂ ਤੁਸੀਂ ਇੰਨੇ ਵੱਡੇ ਬਣ ਜਾਂਦੇ ਹੋ ਤਾਂ ਫਿਰ ਦੁਨੀਆ ਤੁਹਾਡੇ ਪਿੱਛੇ ਪੈ ਜਾਂਦੀ ਹੈ, ਦੁਨੀਆ ਤੁਹਾਨੂੰ ਫਿਰ ਜਰਦੀ ਨਹੀਂ। ਮੇਰੇ ਪੁੱਤ ਨੂੰ ਵੀ ਜਰਿਆ ਨਹੀਂ ਕਿਸੇ ਨੇ ਕਹੀ। ਸੋ ਵੜਿੰਗ ਸਾਹਿਬ, ਸਿੱਧੂ ਦੀ ਮੌਤ ਤੋਂ ਬਾਅਦ ਅਲੱਗ-ਅਲੱਗ ਲੋਕਾਂ ਨੇ ਪ੍ਰਤੀਕਰਮ ਦੇਣੇ ਸ਼ੁਰੂ ਕੀਤੇ। ਇੱਕ ਲਾਈਨ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਬਹਿ ਗਈ, ਕਿਸੇ ਨੇ ਇਹ ਲਿਖਿਆ ਜਦੋਂ ਸਿੰਘ ਸਾਹਿਬ ਨੇ ਆਪਣੀ ਦਸਤਾਰ ਲਾਈ ਤੇ ਕਿਸੇ ਨੇ ਸਟੇਟਸ ਲਿਖਿਆ ਕਿ ਲੈਟਸ ਸੈਂਡ ਹਿਜ਼ ਫਾਦਰ ਟੂ ਪਾਰਲੀਮੈਂਟ। ਸੰਗਰੂਰ ਦੀਆਂ ਚੋਣਾਂ ਨੂੰ ਲੈ ਕੇ ਉਹ ਲੋਕ ਜਿਹੜੇ ਹੈਗੇ ਨੇ ਇਹ ਵੀ ਸੋਚਦੇ ਪਏ ਆ। ਤੁਸੀਂ ਇਸ ਤਰੀਕੇ ਨੂੰ, ਬਸ ਪਤਾ ਨਹੀਂ ਇਸ ਮਾਹੌਲ ਦੇ ਵਿੱਚ ਇਹ ਸਵਾਲ ਕਰਨਾ ਕਿੰਨਾ ਕੁ ਜਾਇਜ਼ ਹੈ, ਲੇਕਿਨ ਦੇਖਦੇ ਕਿਸ ਤਰੀਕੇ ਨਾਲ ਹੋ? ਹਾਂ, ਕੋਈ ਮਾੜਾ ਸੁਝਾਵ ਨਹੀਂ ਹੈ, ਲੇਕਿਨ ਇਲੈਕਸ਼ਨ ਲੜਨ ਦੀ ਉਸ ਪਰਿਵਾਰ 'ਚ ਇਸ ਘਟਨਾ ਤੋਂ ਬਾਅਦ ਕੋਈ ਹਿੰਮਤ ਨਹੀਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ ਵਿਚਾਰੇ ਕਦੇ ਜ਼ਿੰਦਗੀ 'ਚ ਕੋਈ ਸੋਚਦੇ ਵੀ ਹੋਣਗੇ। ਪਰ ਹਾਂ, ਅੱਜ ਮਾਨ ਸਾਹਿਬ ਗਏ ਸੀ ਉੱਥੇ ਔਰ ਟੀਵੀ 'ਤੇ ਆ ਰਿਹਾ ਸੀ ਕਿ ਹਸਪਤਾਲ ਅਪਗ੍ਰੇਡ ਕਰਨ ਦੀ ਕਿਹਾ ਹੈ ਕਿ ਸਟੇਡੀਅਮ ਬਣਾ ਦਿਆਂਗੇ, ਨਵਾਂ ਕੋਈ ਕਾਲਜ ਦਾ ਇੱਥੇ ਉਹ ਕਰ ਦਿਆਂਗੇ, ਸਮਾਰਕ ਬਣਾ ਦਿਆਂਗੇ। ਇਹ ਬਹੁਤ ਛੋਟੀਆਂ ਗੱਲਾਂ ਹੈ ਐਡੇ ਵੱਡੇ ਵਿਅਕਤੀ ਵਾਸਤੇ। ਇਹ ਤਾਂ ਉਹਦੇ ਚਾਹੁਣ ਵਾਲੇ ਮਿੱਤਰ, ਦੋਸਤ, ਮੇਰੇ ਵਰਗੇ ਦੋਸਤ, ਭੈਣ ਭਰਾ ਉਹੀ ਸਭ ਕੁਛ ਇਹ ਕਰ ਦੇਣਗੇ। ਹਾਂ, ਇਹਦੇ ਬਾਰੇ ਅਗਰ ਗੰਭੀਰਤਾ ਦੇ ਨਾਲ ਸੱਤਾਧਾਰੀ ਪਾਰਟੀ ਵਿਚਾਰ ਕਰੇ ਕਿ ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਉਹਨਾਂ ਦੇ ਪਰਿਵਾਰ 'ਚੋਂ ਉਹਨੂੰ ਕਿਹਾ ਜਾਵੇ, ਲੇਕਿਨ ਸਾਰਾ ਪੰਜਾਬ ਦੀਆਂ ਪਾਰਟੀਆਂ, ਉਹਦੇ ਵਿੱਚ ਕਾਂਗਰਸ ਵੀ ਹੋਵੇ, ਸਾਰੀਆਂ ਯੂਨੈਨੀਮਸਲੀ ਇਹ ਫੈਸਲਾ ਕਰਨ ਕਿ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜੇ ਐਂਟੀ ਨੈਸ਼ਨਲਿਸਟ ਨੇ ਕਿ ਸਿੱਧੂ ਮੂਸੇਵਾਲਾ ਮਰਿਆ ਨਹੀਂ, ਨਾ ਕੋਈ ਮਾਰ ਸਕਦਾ। ਔਰ ਜਦੋਂ ਇਹੋ ਜਿਹੀ ਕੋਸ਼ਿਸ਼ ਹੋਏਗੀ, ਪੂਰਾ ਪੰਜਾਬ ਦੇ ਲੋਕ, ਹਰ ਧਰਮ ਦੇ ਲੋਕ ਇਕੱਠੇ ਹੋ ਕੇ ਉਹਦਾ ਮੂੰਹ ਤੋੜ ਜਵਾਬ ਦੇਣਗੇ ਔਰ ਯੂਨੈਨੀਮਸਲੀ ਉਹਨਾਂ ਨੂੰ ਅਗਰ ਪਾਰਲੀਮੈਂਟ 'ਚ ਭੇਜਿਆ ਜਾਵੇ ਤਾਂ ਜੋ ਆਪਦੀ ਕਥਨੀ ਜਿਹੜੀ ਅੱਖੀ ਵੇਖਾ ਡਿੱਠਾ ਹੈ, ਜੋ ਘਟਨਾਵਾਂ ਹੋਈਆਂ ਇਹਨਾਂ ਐਂਟੀ ਨੈਸ਼ਨਲਿਸਟ ਫੋਰਸਿਸ ਦੇ ਨਾਲ, ਉਹ ਉੱਥੇ ਲੜਾਈ ਲੜਨ। ਕੋਈ ਮਾੜੀ ਗੱਲ ਨਹੀਂ ਹੈ, ਬਹੁਤ ਚੰਗਾ ਤੁਹਾਡਾ ਸੁਝਾਅ ਹੈਗਾ ਔਰ ਇਹਨੂੰ ਲੇਕਿਨ
ਉਹ ਰਾਜਨੀਤੀ 'ਚ ਨਹੀਂ ਆ ਸਕਦੇ ਵਿਚਾਰੇ, ਮਤਲਬ ਕਿ ਰਾਜਨੀਤੀ ਇੱਦਾਂ ਜਾ ਕੇ ਇਲੈਕਸ਼ਨ ਨਹੀਂ ਲੜ ਸਕਦੇ। ਇਹ ਤਾਂ ਸਾਰਿਆਂ ਸਰਬ ਪਾਰਟੀਜ਼ ਵੱਲੋਂ ਇਹ ਇੱਕ ਐਂਟੀ ਨੈਸ਼ਨਲਿਸਟ ਲੋਕਾਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰਨ ਦਾ ਜ਼ਰੀਆ ਹੋ ਸਕਦੇ ਆ ਕਿ ਨਹੀਂ ਅਸੀਂ ਦਬਦੇ ਨਹੀਂ ਹਾਂ, ਅਸੀਂ ਮੂਸੇਵਾਲੇ ਦੇ ਨਾਮ ਨੂੰ ਖਤਮ ਨਹੀਂ ਹੋਣ ਦਿਆਂਗੇ, ਮੂਸੇਵਾਲੇ ਦੇ ਨਾਮ ਨੂੰ ਜਿਉਂਦਾ ਰੱਖਾਂਗੇ। ਬਹੁਤ ਵੱਡੀ ਗੱਲ ਹੋਏਗੀ ਮੈਨੂੰ ਲੱਗਦਾ। ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਵੀ ਕਿ ਯੂਨੈਨਿਮਸਲੀ ਸਾਰੀ ਪਾਰਟੀਆਂ ਨੂੰ ਇਹ ਸੋਚਣਾ ਚਾਹੀਦਾ। ਹਾਂ, ਕਿਉਂਕਿ ਰਾਜਨੀਤਿਕ ਨਹੀਂ ਹੋਣੀ ਚਾਹੀਦੀ ਇਸ ਗੱਲ 'ਤੇ। ਪਰਿਵਾਰ ਕੋਈ ਨਾ ਹੀ ਮੈਨੂੰ ਲੱਗਦਾ ਪਰਿਵਾਰ ਇਸ ਗੱਲ ਲਈ ਰਾਜੀ ਹੋਏਗਾ। ਇਹ ਤਾਂ ਸਾਰੇ ਲੋਕ ਇਕੱਠੇ ਹੋ ਕੇ ਇਹ ਗੱਲ ਕਹਿਣ, ਸਮੇਤ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਸੱਤਾਧਾਰੀ, ਕਿ ਨਹੀਂ ਸਾਡਾ ਇੱਕ ਸਾਂਝਾ ਉਮੀਦਵਾਰ ਇਹ ਹੈ ਔਰ ਇਹ ਉਹਨਾਂ ਫੋਰਸਿਸ ਦੇ ਖਿਲਾਫ ਇੱਕ ਸਨੇਹ ਹੈ ਜਿਨ੍ਹਾਂ ਫੋਰਸਿਸ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਮੂਸੇਵਾਲਾ ਬੇਸ਼ੱਕ ਉਹ ਸਰੀਰਕ ਤੌਰ 'ਤੇ ਚਲਾ ਗਿਆ, ਲੇਕਿਨ ਪੰਜਾਬ ਦੀ ਜਨਤਾ ਨੇ ਉਹਨੂੰ ਇਸ ਤੋਂ ਵੀ ਵੱਡਾ ਕਰਤਾ, ਇਹ ਸਨੇਹਾ ਉਸ ਤੋਂ ਵੀ ਵੱਡਾ ਕਰਤਾ। ਉਹਦੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਹੋਰ ਵੱਡਾ ਲੋਕਾਂ ਨੇ ਕੀਤਾ। ਇਹ ਇੱਕ ਐਂਟੀ ਨੈਸ਼ਨਲਿਸਟ ਫੋਰਸਿਸ ਦੇ ਖਿਲਾਫ ਇੱਕ ਸੁਨੇਹਾ ਹੋਵੇਗਾ। ਹੈਗਾ ਜਿਗਰਾ ਇਹਨਾਂ ਪਾਰਟੀਆਂ ਦਾ ਹੈਗਾ ਕਿ ਇਹ ਕਹਿ ਸਕਦੀਆਂ? ਮੈਂ ਇਸ ਲਈ ਤਿਆਰ ਹਾਂ, ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਿਉਂਕਿ ਕਰੇਗਾ ਤਾਂ ਜਿਗਰਾ ਤਾਂ ਰੱਖਣਾ ਪੈਣਾ ਹੈ। ਇਸ ਜਿਗਰੇ ਦੀ ਗੱਲ ਨਹੀਂ, ਇਹ ਪੰਜਾਬ ਦੀ ਗੱਲ ਹੈ, ਪੰਜਾਬੀਅਤ ਦੀ ਗੱਲ ਹੈ, ਪੰਜਾਬ ਦੇ ਨੂੰ ਸਿੱਖ ਸੁਨੇਹਾ ਦੇਣ ਦੀ ਗੱਲ ਹੈ, ਤਾਂ ਜੋ ਲੋਕਾਂ ਨੂੰ ਲੱਗੇ ਕਿ ਨਹੀਂ ਇੱਦਾਂ ਕਰਨ ਦੇ ਨਾਲ ਉਹ ਹੋਰ ਵੱਡਾ ਹੋਏਗਾ, ਇਹ ਨਹੀਂ ਕਰਾਂਗੇ। ਇੱਕ ਨਵਾਂ ਸੁਨੇਹਾ, ਇੱਕ ਨਵੀਂ ਪਿਰਤ ਪਾਉਣ ਦੀ ਲੋੜ ਹੈ। ਅੱਛਾ ਵੜਿੰਗ ਸਾਹਿਬ, ਇੱਕ ਖਬਰ ਸਵੇਰ ਤੋਂ ਇਹ ਵੀ ਚੱਲਦੀ ਪਈ ਹੈ ਕਿ ਡਾਕਟਰ ਰਾਜਕੁਮਾਰ ਵੇਰਕਾ, ਡਿਪਟੀ ਸੀਐਮ ਓਪੀ ਸੋਨੀ ਜੀ ਜੋ ਸੀਗੇ ਉਹ ਖਫਾ ਚੱਲਦੇ ਪਏ ਪਾਰਟੀ ਤੋਂ, ਜਲਦੀ ਜਾ ਸਕਦੇ ਆ, ਪਾਰਟੀ ਚੋਂ ਬਾਹਰ ਵੀ ਨਿਕਲ ਸਕਦੇ ਆ, ਉਹਨਾਂ ਦੀ ਕੋਈ ਪੁੱਛ-ਗਿੱਛ ਨਹੀਂ ਹੋ ਰਹੀ, ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਰਹੀ, ਕੁਛ ਇੱਦਾਂ ਦਾ ਵੀ ਚੱਲ ਰਿਹਾ? ਰਾਜਕੁਮਾਰ ਜੀ ਨਾਲ ਮੇਰੀ ਗੱਲ ਨਹੀਂ ਹੋਈ, ਲੇਕਿਨ ਓਪੀ ਸੋਨੀ ਸਾਹਿਬ ਨਾਲ ਗੱਲ ਹੋਈ। ਉਹਨਾਂ ਨੇ ਕਿਹਾ ਕਿ ਯਾਰ ਇਹ ਦੱਸ ਦਿਓ ਜ਼ਰਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹ ਅਫਵਾਹ ਫੈਲਾ ਰਹੇ ਨੇ ਕਿ ਅਸੀਂ ਲੋਕਾਂ ਨੇ ਤਾਂ ਪਾਰਟੀ ਦੇ ਹਰ ਮਾੜੇ ਵਕਤ ਵਿੱਚ ਪਾਰਟੀ ਦੇ ਨਾਲ, ਮੇਰੇ ਵਰਗੇ ਤਾਂ ਉਦੋਂ ਪੈਦਾ ਵੀ ਨਹੀਂ ਹੋਏ ਸੀ ਜਦੋਂ ਸੋਨੀ ਸਾਹਿਬ ਹਰਾਂ ਨੇ ਪਾਰਟੀ ਦਾ ਝੰਡੇ ਬੁਲੰਦ ਕੀਤੇ ਔਰ ਪਾਰਟੀ ਨਾਲ ਖੜੇ ਰਹੇ ਤੱਤੀਆਂ ਠੰਡੀਆਂ ਹਵਾਵਾਂ 'ਚ। ਔਰ ਅੱਜ ਵੀ ਉਹਨਾਂ ਨੇ ਕਿਹਾ ਕਿ ਮੈਂ ਚਟਾਂਗ ਵਾਂਗ ਕਾਂਗਰਸ ਪਾਰਟੀ ਨਾਲ ਖੜਾ ਹਾਂ। ਮੈਂ ਤੁਹਾਨੂੰ ਅੱਜ ਉਹ ਦਿੱਲੀ ਗਏ ਨੇ, ਮੈਂ ਮਿਲ ਕੇ ਵੀ ਜਾਵਾਂਗਾ, ਕੋਈ ਐਸੀ ਗੱਲ ਨਹੀਂ। ਇਹ ਪਾਰਟੀਆਂ ਇਹੋ ਜਿਹਾ ਗੱਲਾਂ ਲੋਕ ਫੈਲਾਉਂਦੇ ਰਹਿੰਦੇ। ਜਦੋਂ ਤੱਕ ਰਾਜਕੁਮਾਰ ਵੇਰਕਾ ਜੀ ਦੀ ਗੱਲ ਕਹੀ ਹੈ, ਮੇਰੀ ਉਹਨਾਂ ਨਾਲ ਗੱਲ ਹੋ ਨਹੀਂ ਸਕੀ, ਮੈਂ ਮਿਲਾਇਆ ਸੀ, ਗੱਲ ਹੋਈ ਨਹੀਂ। ਦੂਸਰੀ ਗੱਲ, ਮੇਰੀ ਬੇਨਤੀ ਹੈ ਕਿਸੇ ਨੂੰ ਵੀ ਜਿਹੜਾ ਵੀ ਕੋਈ ਨਾਰਾਜ਼ ਹੈ, ਕੋਈ ਐਵੇਂ ਕਿਸੇ ਗੱਲ 'ਤੇ ਜਿਸ ਤਰ੍ਹਾਂ ਜਾਖੜ ਸਾਹਿਬ ਜਾਂ ਹੋਰ ਕੋਈ ਬਹਾਨਾ ਬਣਾ ਕੇ ਜਾਣ ਦੀ ਲੋੜ ਨਹੀਂ ਹੈ ਕਿਸੇ ਨੂੰ ਵੀ। ਮੈਨੂੰ ਤਾਂ ਉਮੀਦ ਹੈ ਕਿ ਕੋਈ ਨਹੀਂ ਜਾਏਗਾ, ਮੈਂ ਇਸ ਗੱਲ ਦੀ ਆਸ਼ਾ ਕਰਦਾ, ਬਟ ਬਹਾਨਾ ਬਣਾ ਕੇ ਜਾਣ ਦੀ ਕੋਈ ਲੋੜ ਨਹੀਂ ਹੈ। ਅਗਰ ਤੁਸੀਂ ਇਹ ਕਹੋ ਕਿ ਠੀਕ ਹੈ ਹੁਣ ਸਾਡਾ ਦਿਲ ਕਰਦਾ ਕਿ ਅਸੀਂ ਪਾਰਟੀ ਛੱਡਣਾ ਚਾਹੁੰਦੇ ਹਾਂ ਅਤੇ ਜਾਣਾ ਚਾਹੁੰਦੇ, ਲੇਕਿਨ ਪਾਰਟੀ 'ਤੇ ਇਲਜ਼ਾਮਤ ਲਾ ਕੇ ਜਾਣਾ, ਮੈਂ ਸਮਝਦਾ ਕਿ ਲੋਕ ਕਹਿੰਦੇ ਹੋਣਗੇ ਵੀ ਹੁਣ ਕੱਲ੍ਹ ਨੂੰ ਰਾਜਾ ਵੜਿੰਗ ਪਾਰਟੀ ਚਾਹੇ ਕਿ ਛੱਡ ਕੇ ਜਾਣਾ ਹੈ ਤਾਂ ਪਾਰਟੀ 'ਤੇ ਹੀ ਵਾਜਾਤ ਇਲਜ਼ਾਮਤ ਮੈਂ ਲਾਈ ਜਾਵਾਂ ਤਾਂ ਇਹ ਚੰਗੀ ਗੱਲ ਨਹੀਂ ਹੈ। ਸਿਆਣੇ ਕਹਿੰਦੇ ਜਿਹਦੇ ਨਾਲ ਯਾਰੀ ਰਹੀ ਹੋਵੇ ਉਹਦੇ 'ਤੇ ਇਲਜ਼ਾਮ ਨਹੀਂ ਲਾਈਦੇ। ਸੋ ਠੀਕ ਹੈ, ਕਈ ਵਾਰੀ ਮਨ ਬਣ ਜਾਂਦਾ ਕਿਸੇ ਵੀ ਵਿਅਕਤੀ ਦਾ ਕਿ ਨਹੀਂ ਹੁਣ ਮੈਂ ਨਹੀਂ ਰਹਿਣਾ, ਮੇਰਾ ਮਨ ਨਹੀਂ ਹੈ, ਤਾਂ ਆਰਾਮ ਨਾਲ ਜਾ ਵੀ ਸਕਦਾ ਕੋਈ ਵਿਅਕਤੀ, ਪਰ ਮੈਨੂੰ ਉਮੀਦ ਨਹੀਂ ਹੈ ਕਿ ਕੋਈ ਜਾਏਗਾ, ਉਮੀਦ ਨਹੀਂ। ਬਹੁਤ ਸ਼ੁਕਰੀਆ ਸਰ ਵਕਤ ਦੇਣ ਦੇ ਲਈ। ਬੜਾ ਖੂਬਸੂਰਤ ਜਿਹਾ ਸੁਨੇਹਾ ਦਿੱਤਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਜੇ ਪਾਰਲੀਮੈਂਟ 'ਚ ਭੇਜਣ ਦੀ ਗੱਲ ਵੀ ਹੋ ਰਹੀ ਹੈ ਸਿੱਧੂ ਦੇ ਪਰਿਵਾਰ 'ਚੋਂ, ਯੂਨੈਨਿਮਸਲੀ ਸਾਰੀ ਪਾਰਟੀਆਂ ਨੂੰ ਇੱਕ ਸਟੇਜ 'ਤੇ ਆ ਕੇ ਫੈਸਲਾ ਕਰਨਾ ਚਾਹੀਦਾ ਹੈ ਕਿ ਹਾਂ ਜਿੰਨੇ ਵੀ ਐਂਟੀ ਨੈਸ਼ਨਲ ਗਰੁੱਪਸ ਨੇ, ਭਾਵੇਂ ਉਹ ਗੈਂਗਸਟਰਸ ਬਣ ਗਏ, ਭਾਵੇਂ ਹੋਰ ਜਿੰਨੇ ਵੀ ਤਬਕੇ ਨੇ, ਉਹਨਾਂ ਤੱਕ ਇੱਕ ਖਾਸ ਤੌਰ 'ਤੇ ਸੁਨੇਹਾ ਜਾਣਾ ਚਾਹੀਦਾ ਹੈ ਕਿ ਹਾਂ ਇਹ ਜੋ ਹੋਇਆ ਇਹ ਮਾੜਾ ਹੋਇਆ। ਕੈਮਰੇ ਦੇ ਸਾਥ ਦੇ ਰਹੇ ਸੀਗੇ ਸਮੀਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।